नक शिख लो तन थूल में आहंग बिरती जिन कीन सो करता लखिया रिदि चीनो सिख पर बीन। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ, ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਭਾਈ ਦਇਆ ਸਿੰਘ ਜੀ, ਜੋ ਗੁਰਸਿੱਖਾਂ ਨੂੰ ਸਰੀਰ ਦਾ ਅੰਤਰੀ ਵਿਗਿਆਨ, ਬ੍ਰਹਮ ਗਿਆਨ, ਪੰਜ ਕੋਸ਼ ਸਰੀਰ ਦੇ ਅੰਦਰ ਕਿਹੜੇ ਹਨ, ਸਾਡੇ 3 ਪ੍ਰਕਾਰ ਦੇ ਜਿਹੜੇ ਸਰੀਰ ਨੇ, ਸਥੂਲ, ਸੂਖਮ ਤੇ ਕਾਰਨ, ਸੋ ਇਹਨਾਂ ਦਾ ਗਿਆਨ ਜੋ ਹੈ, ਇਹ ਸਭ ਕੁਝ ਸਤਿਗੁਰੂ ਦੀ ਕਿਰਪਾ ਨਾਲ ਹੀ ਬਖਸ਼ਿਸ਼ ਹੁੰਦੀ ਹੈ। ਇੱਕ ਆਤਮਾ ਹੈ, ਇੱਕ ਅਨਾਤਮ ਹੈ। ਸੋ ਹੁਣ ਜਿੰਨੇ ਵੀ ਜੀਵ ਵਿਚਰਦੇ ਨੇ ਸੰਸਾਰ ਅੰਦਰ, ਇਹ ਜ਼ਿਆਦਾ ਤੌਰ 'ਤੇ ਅਨਾਤਮ ਵਿੱਚ ਹਨ, ਤੇ ਆਤਮਾ ਵਿੱਚ ਕੋਈ ਇੱਕ ਅੱਧਾ ਕੋਟਨ ਮੈਂ ਨਾਨਕ ਕੋ ਨਾਰਾਇਣ ਜੇ ਚੀਤ, ਜਗ ਮੈਂ ਉਤਮ ਕਾਢਿਆ ਵਿਰਲੇ ਕਈ ਕੇ, ਜਿਨ੍ਹਾਂ ਬਾਰੇ ਅੱਜ ਦੇ ਸ਼੍ਰੀ ਮੁੱਖ ਵਾਕ ਵਿੱਚ ਜ਼ਿਕਰ ਹੈ। ਜਾ ਕਉ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸਤਾਂ ਕੈ, ਜਾ ਕਾ ਸਤਿਗੁਰ ਪੂਰਾ। ਇਹ ਦੋਨਾਂ ਪੰਕਤੀਆਂ ਵਿੱਚ ਸਾਰਾ ਹੀ ਕੁਛ ਆ ਗਿਆ ਹੈ ਕਿ ਜਾਂ ਕਾ ਸਤਿਗੁਰ ਪੂਰਾ। ਬਿਨ ਸਤਿਗੁਰੂ ਕੀ ਸ਼ਰਨੀ ਪਰੇ ਅੰਤਰਮੁਖ ਬਿਰਤੀ ਨਹੀਂ ਹੁੰਦੀ, ਜਿਸ ਕਰਕੇ ਜਾ ਕੇ ਟਿਕਾਓ ਬਣਦਾ ਹੈ। ਆਤਮ ਤੇ ਅਨਾਤਮ, ਇਹਨਾਂ ਦਾ ਗਿਆਨ ਵੀ ਦਿੱਤਾ ਹੈ ਆਪਾਂ ਨੂੰ ਕਿ ਅਨਾਤਮ ਹੁੰਦੇ ਨੇ ਇੰਦਰੀਏ ਸਾਡੇ, ਮਨ, ਬੁੱਧੀ, ਅਤੇ ਆਤਮਾ ਇਹਨਾਂ ਸਾਰਿਆਂ ਨਾਲੋਂ ਸ਼੍ਰੋਮਣੀ ਜੋ ਪ੍ਰਕਾਸ਼ ਕਰਦੀ ਹੈ। ਇਹਦਾ ਗਿਆਨ ਸਿਰਫ ਸਤਿਗੁਰੂ ਦੀ ਕਿਰਪਾ ਦੁਆਰਾ ਹੀ ਹੋ ਸਕਦਾ ਹੈ, ਫਿਰ ਜਾ ਕੇ ਸਿੱਖ ਦਾ ਮਨ ਟਿਕਦਾ ਹੈ। ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਨੂੰ ਆਪਾਂ ਕਹਿੰਦੇ ਕਰਤਾ, ਕਿਰਿਆ ਕਿਹਨੂੰ ਕਹਿੰਦੇ ਨੇ, ਕਰਮ ਕਿਹਨੂੰ ਕਹਿੰਦੇ ਨੇ, ਗੇ ਤੇ ਪ੍ਰਮਾਤਾ, ਗਿਆਤਾ, ਗਿਆਨ, ਇਹ ਸਾਰੀਆਂ ਚੀਜ਼ਾਂ ਪਿੱਛੇ ਆ ਚੁੱਕੀਆਂ ਨੇ। ਪਹਿਲਾਂ ਮਾੜਾ ਮਾੜਾ ਇਹਨਾਂ ਦਾ ਵਿਸਥਾਰ ਹੁਣ ਸਰਵਣ ਕਰਦੇ ਹਾਂ। ਪਿੱਛੇ ਸੁਣਿਆ ਸੀ ਆਪਾਂ ਨੇ ਸਮਾਧੀ ਸਾ ਵਿਕਲਪ ਦੇ ਵਿੱਚ ਗਿਆਤਾ, ਗਿਆਨ, ਗੇ, ਧਿਆਤਾ, ਧਿਆਨ, ਤੇ ਇਹ ਕੀ ਹੁੰਦਾ ਹੈ, ਕਰਮ ਕਿਹਨੂੰ ਕਹਿੰਦੇ ਨੇ। ਆਓ ਪਿਆਰ ਸਤਿਕਾਰ ਨਾਲ ਰਸਨਾ ਨੂੰ ਕਰੀਏ ਪਵਿੱਤਰ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਿਨਾਮ ਸ੍ਰੀ ਵਾਹਿਗੁਰੂ। ਦੋਹੇਰਾ ਨਕ ਸ਼ਿਖ ਲੋ ਤਨ ਥੂਲ ਮੈਂ आहंग बिरती जिन कीन। ਹੁਣ ਕਹਿੰਦੇ ਨੇ ਜੋ ਕਰਤਾ ਆਪਾਂ ਕਹਿੰਦੇ ਹਾਂ, ਕਰਤਾ ਪੁਰਖ ਵਾਹਿਗੁਰੂ ਹੈ। ਇਹ ਜੀਵ ਆਪਣੇ ਆਪ ਨੂੰ ਕਰਤਾ ਮੰਨਦਾ ਹਰੇਕ ਕੰਮ ਦਾ। ਮੈਂ ਇਹ ਕਰ ਦਿੱਤਾ, ਮੈਂ ਉਹ ਕਰ ਦਿਆਂਗਾ। ਇਹਦੇ ਅੰਦਰ ਜਿਹੜਾ ਇਹ ਕਰਤਾਪੁਣਾ ਜਾਗਦਾ ਹੈ, ਕਰਤਾ ਪੁਰਖ ਨੂੰ ਭੁੱਲ ਕੇ ਆਪਣੇ ਆਪ ਨੂੰ ਇਹ ਕਰਤਾ ਸਮਝਦਾ ਹੈ। ਕਹਿੰਦੇ ਨਖ ਸਿੱਖ ਲਓ, ਨਖ ਹੁੰਦਾ ਹੈ ਨਹੁੰ, ਸਿੱਖ ਹੁੰਦਾ ਸ਼ਿਖਾ, ਸਿਰ ਦੀ ਚੋਟੀ ਤੱਕ। ਪੈਰ ਦੇ ਨਹੁੰ ਤੋਂ ਲੈ ਕੇ, ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਥੂਲ ਸਰੀਰ ਦੇ ਵਿੱਚ ਇਹ ਜਿਹੜੀ ਹੈ ਨਾ ਮੈਂ ਪੁਣੇ ਦੀ ਬੁੱਧੀ ਅਤੇ ਹਉ ਜਿਹੜੀ ਆ ਜਾਂਦੀ ਹੈ, ਇਹ ਅੰਦਰੋਂ ਜਿਹੜਾ ਕਰਦਾ ਹੈ ਕਿ ਮੈਂ ਕੀਤਾ ਹੈ, ਮੈਂ ਕਰ ਦਿਆਂਗਾ, ਹਉ ਵਿੱਚ ਆਇਆ, ਹਉ ਵਿੱਚ ਗਿਆ, ਇਹਨੂੰ ਕਹਿੰਦੇ ਨੇ ਇਹ ਜੀਵ ਕਰਤੇ ਪੁਣੇ ਵਿੱਚ ਹੈ। ਸੋ ਕਰਤਾ ਲਖੀਐ ਰਿਦੇ ਚੀਨੋ ਸਿੱਖ ਪਰ ਬੀਨ।
ਉਹ ਕਰਤਾ ਹਿਰਦੇ ਦੇ ਵਿੱਚ। ਇਹ ਗੱਲ ਨੂੰ ਜਾਣਨਾ ਕਰੋ ਹੇ ਸਿੱਖ ਕਿ ਜਿਹੜਾ ਕਰਤਾ ਬਣ ਜਾਂਦਾ ਹੈ ਜੀਵ, ਅਥਵਾ ਜੇ ਕਰਤਾ ਪੁਰਖ ਵੀ ਕਹੀਏ ਕਿ ਸਾਰੀ ਪ੍ਰੇਰਣਾ ਦੇਣ ਵਾਲਾ, ਉਹ ਵਾਹਿਗੁਰੂ ਹਿਰਦੇ ਦੇ ਅੰਦਰ ਵਾਸਾ ਕਰਦਾ ਹੈ। ਇੰਦਰੈ ਦੁਆਰਾ ਨਿਕਸ ਕੈ ਬਿਰਤ ਵਿਖਈ ਲੋ ਜਾਏ। ਹੁਣ ਜਦੋਂ ਇਹ ਕਿਰਿਆ ਹੁੰਦੀ ਹੈ, ਕਿਰਿਆ ਕਿਵੇਂ ਹੁੰਦੀ ਹੈ? ਇਹ ਤਾਂ ਹੈ ਅੰਦਰ ਹਾਂ ਤੇ ਮੈਂ, ਦੋ ਚੀਜ਼ਾਂ ਪਹਿਲਾਂ ਕਹੀਆਂ ਨੇ। ਮੈਂ ਕਰਤਾ ਹਾਂ, ਕਹਿੰਦੇ ਬਿਰਤੀ ਜਦੋਂ ਵਿਸ਼ਿਆਂ ਤੱਕ ਜਾਵੇ, ਇੰਦਰੀਆਂ ਦੁਆਰਾ ਨਿਕਲ ਕੇ ਬਿਰਤੀ ਜਦੋਂ ਵਿਸ਼ਿਆਂ ਤੱਕ ਜਾਂਦੀ ਹੈ। ਕਿਰਿਆ ਕਹੈ ਤਿਸ ਵਿਰਤ ਕੋ ਸਤਿਗੁਰ ਦੇਤ ਸੁਨਾਏ। ਸਤਿਗੁਰੂ ਜੀ ਨੂੰ ਸੁਣਾ ਦਿੰਦੇ ਨੇ ਕਿ ਉਸ ਬਿਰਤੀ ਨੂੰ ਕਿਰਿਆ ਕਿਹਾ ਜਾਂਦਾ ਹੈ, ਜਿਹੜੀ ਇੰਦਰੀਆਂ ਦੁਆਰਾ ਨਿਕਲ ਕੇ ਬਿਰਤੀ ਵਿਸ਼ਿਆਂ ਦੇ ਵਿੱਚ ਪ੍ਰਵਿਰਤ ਹੁੰਦੀ ਹੈ। ਵਿਖੈ ਐ ਸ਼ਬਦਾਦ ਜੇ ਸਭ ਕੇ ਸਹਿਜ ਸੁਭਾਏ। ਹੁਣ ਕਹਿੰਦੇ ਨੇ ਕਰਮ ਕਿਹਨੂੰ ਕਹਿੰਦੇ ਨੇ? ਇਹ ਕਰਮ ਕਿਵੇਂ ਕਰਦਾ ਹੈ ਜੀਵ? ਉਹ ਕਹਿੰਦੇ ਹਨ ਕਿ ਇਹ ਜਿਹੜਾ ਨਾ ਵਿਖੇ, ਵਿਸ਼ੇ ਕਿਹੜੇ ਨੇ? ਆਹ ਸ਼ਬਦਾਦ ਜੇ, ਸ਼ਬਦ ਆਦਿਕ ਭਾਵ ਸ਼ਬਦ, ਸਪਰਸ਼, ਰਸ, ਰੂਪ, ਗੰਧ, ਇਹ ਇਹਨਾਂ ਦੇ ਵਿੱਚ ਸਹਿਜ ਸੁਭਾਵ ਹੀ ਇਹ ਜਦੋਂ ਚਲਿਆ ਜਾਂਦਾ ਹੈ। ਫਿਰ ਸੰਗ ਵਿਆਪੈ ਵਿਰਤ ਜਬ ਕਈਆ ਕਰਮ ਬਣਾਏ। ਤੋ ਜਦੋਂ ਇਹਨਾਂ ਦੇ ਨਾਲ ਬਿਰਤੀ ਵਿਆਪਦੀ ਹੈ, ਸ਼ਬਦ, ਸਪਰਸ਼, ਰੂਪ, ਗੰਧ ਆਦਿ ਜੋ ਵਿਸ਼ੇ ਨੇ, ਇਹਨਾਂ ਸਾਰਿਆਂ ਨਾਲ ਜੇ ਸਹਿਜ ਸੁਭਾਵਕ ਬਿਰਤੀ ਵਿਆਪੇ, ਜਾਂ ਕਹਿੰਦੇ ਜਿਵੇਂ ਬਿਰਤੀ ਇਹਨਾਂ ਵਿੱਚ ਲੱਗ ਜਾਵੇ, ਜਿਵੇਂ ਸ਼ਬਦ, ਇੱਥੇ ਉਹ ਸ਼ਬਦ ਨਹੀਂ ਜਿਹਦੀ ਗੱਲ ਕਰਦੇ ਆ, ਗੁਰਬਾਣੀ ਦਾ ਸ਼ਬਦ ਨਹੀਂ, ਇੱਥੇ ਸ਼ਬਦ ਦਾ ਅਰਥ ਹੈ ਜਿਵੇਂ ਬਹਿ ਕੇ ਬੰਦਾ, ਆਮ ਤੌਰ ਤੇ ਦੁਨੀਆ ਦਾ 99% ਦੁਨੀਆ ਦਾ ਇਹ ਹਾਲ ਹੈ, ਜਦੋਂ ਵੀ ਬੈਠਣਗੇ ਵਿਸ਼ਿਆਂ ਦੀ ਗੱਲ ਕਰਨਗੇ, ਮਾੜੀ ਗੱਲ ਕਰਨਗੇ। ਚੰਗੀ ਗੱਲ ਵਾਲੇ ਥਾਂ ਤੇ ਤਾਂ ਇਹਨਾਂ ਨੇ ਬਹਿਣਾ ਨਹੀਂ ਹੁੰਦਾ। ਮਾੜੀ ਜਦੋਂ ਗੱਲ ਸ਼ੁਰੂ ਹੋ ਜਾਏ ਵਿਸ਼ਿਆਂ ਵਿਕਾਰਾਂ ਦੀ, ਕਿਸੇ ਹੋਰ ਟੇਢੇ ਢੰਗ ਦੀ ਗੱਲ, ਉੱਥੇ ਜ਼ਰੂਰ ਬਹਿਣਗੇ, ਕੰਨ ਉੱਚੀ ਕਰਨਗੇ, ਕੰਨ ਉਧਰ ਨੂੰ ਕਰਨਗੇ। ਹੈ ਕੀ ਕਿਹਾ? ਦੁਬਾਰਾ ਸੁਣਾਈ, ਬੜੀ ਇੰਟਰਸਟਿੰਗ ਗੱਲ ਹੈ ਇਹ ਤਾਂ। ਇਹਨੂੰ ਕਹਿੰਦੇ ਸ਼ਬਦ, ਗੰਦੀਆਂ ਗੱਲਾਂ ਸੁਣਨੀਆਂ, ਇਹਨੂੰ ਕਹਿੰਦੇ। ਇਹਦੇ ਵਿੱਚ ਬਿਰਤੀ ਬੰਦੇ ਜਾ ਲੱਗਦੀ, ਸਪਰਸ਼ ਕਰਨ ਵਿੱਚ, ਰੂਪ ਦੇਖਣ ਵਿੱਚ, ਖੁਸ਼ਬੂਆਂ ਲੈਣ ਵਿੱਚ, ਇਸੇ ਪ੍ਰਕਾਰ ਰਸ ਲੈਣ ਦੇ ਵਿੱਚ ਜਦੋਂ ਬਿਰਤੀ ਚਲੀ ਜਾਂਦੀ ਹੈ ਤਾਂ ਇਹਨੂੰ ਕਹਿੰਦੇ ਨੇ, ਹੁਣ ਇਹਨੂੰ ਕਰਮ ਕਹਿੰਦੇ ਨੇ, ਕਿ ਇਹ ਫਿਰ ਬਿਰਤੀ ਕਰਮ ਦੇ ਵਿੱਚ ਚਲੀ ਜਾਂਦੀ, ਸਹਿਜ ਸੁਭਾਵਕ ਹੀ। ਅਹੰਗ ਵਿਰਤੀ ਚਿਦ ਪਾਸ ਜੁਤ ਸੋ ਗਿਆਤਾ ਪਹਿਚਾਨ। ਹੁਣ ਗਿਆਤਾ ਅਤੇ ਗਿਆਨ ਆਇਆ ਸੀ ਨਾ, ਗਿਆਤਾ, ਗਿਆਨ, ਗੇ। ਤਾਂ ਇਹਦੇ ਵਿੱਚ ਕਹਿੰਦੇ ਨੇ ਹੁਣ ਜਿਹੜੀ ਸਾਡੀ ਬਿਰਤੀ ਹੈ, ਇਹ ਚਿਦਾਭਾਸ। ਚਿਦਾਭਾਸ ਉਹ ਹੁੰਦਾ ਜੋ ਬ੍ਰਹਮ ਦਾ ਪ੍ਰਕਾਸ਼ ਪੈਂਦਾ ਹੈ ਸਾਡੇ ਉੱਤੇ। ਬ੍ਰਹਮ ਦੇ ਪ੍ਰਕਾਸ਼ ਸਹਿਤ ਜੋ ਹੰਗਤਾ ਵਾਲੀ ਬਿਰਤੀ ਹੁੰਦੀ ਹੈ, ਮੈਂ ਹਾਂ, ਮੈਂ ਕਰਾਂਗਾ ਦੀ ਬਿਰਤੀ ਅੰਦਰ ਹੈ ਸਾਡੇ, ਉਹਨੂੰ ਗਿਆਤਾ ਸਮਝੋ। ਇਹਨੂੰ ਕਹਿੰਦੇ ਹਨ, ਜਿਵੇਂ ਆਪਾਂ ਕਹੀਏ ਕਿ ਗਿਆਤਾ, ਗਿਆਨ, ਗੇ, ਕਿਹਨੂੰ ਕਹਿੰਦੇ ਨੇ? ਜਦੋਂ ਉਹਦੇ ਪ੍ਰਕਾਸ਼ ਦੇ ਸਹਿਤ, ਪ੍ਰਕਾਸ਼ ਤਾਂ ਉਹਨੇ ਦੇਣਾ ਹੀ ਦੇਣਾ, ਜੇ ਪ੍ਰਕਾਸ਼ ਨਹੀਂ ਹੈ ਤਾਂ ਫਿਰ ਬੁੱਧੀ, ਮਨ, ਇੰਦਰੀਆਂ ਤਾਂ ਖਤਮ ਹੋ ਜਾਂਦੀਆਂ। ਫਿਰ ਤਾਂ ਕਹਿੰਦੇ ਇਹ ਪੁਰਾਣੀ ਚੜ੍ਹਾਈ ਕਰ ਗਿਆ। ਜਦੋਂ ਸਾਡੇ ਅੰਦਰ ਬੁੱਧੀ ਦੇ ਉੱਤੇ ਆਤਮਾ ਪ੍ਰਕਾਸ਼ ਪਾਉਂਦੀ ਹੈ, ਮਨ, ਇੰਦਰੀਆਂ ਵਿਸ਼ਿਆਂ ਵਿਕਾਰਾਂ ਵਿੱਚ ਫੈਲ ਜਾਂਦੀਆਂ ਨੇ, ਉਹਦੇ ਪ੍ਰਕਾਸ਼ ਕਰਕੇ ਜਿਹੜੀ ਬਿਰਤੀ ਬਣਦੀ ਹੈ, ਉਹਨੂੰ ਕਹਿੰਦੇ ਨੇ ਇਹ ਗਿਆਤਾ ਹੈ। ਕਿਰਿਆ ਵਿਰਤੀ ਮੈਂ ਭਾਸ ਚਿਦ ਤਾਂ ਕੋ ਗਿਆਨ ਬਖਾਨ। ਉਹਨੇ ਗਿਆਤਾ ਤੋਂ ਬਾਅਦ ਗਿਆਨ ਅੱਖਰ ਆਇਆ ਹੈ। ਕਿਰਿਆ ਬਿਰਤੀ ਵਿੱਚ ਜਿਹੜਾ ਅਕਾਲ ਪੁਰਖ ਦਾ ਪ੍ਰਕਾਸ਼ ਪੈਂਦਾ ਹੈ, ਇਹਨੂੰ ਕਹਿੰਦੇ ਨੇ ਚੇਤਨ ਦਾ ਆਭਾਸ ਪੈਣਾ, ਉਹਨੂੰ ਕਹਿੰਦੇ ਨੇ, ਇਹਨੂੰ ਗਿਆਨ ਹੈ। ਕਿਰਿਆ ਬਿਰਤੀ ਦੇ ਵਿੱਚ ਜਦੋਂ ਆਭਾਸ ਪੈਂਦਾ ਚੇਤਨ ਦਾ, ਆਪਾਂ ਨੂੰ ਪਤਾ ਕਿ ਮੈਂ ਇਹ ਕਿਰਿਆ ਕਰ ਰਿਹਾ ਹਾਂ, ਕਿਰਿਆ ਦਾ ਆਪਾਂ ਨੂੰ ਗਿਆਨ ਹੁੰਦਾ ਹੈ, ਇਸੇ ਨੂੰ ਗਿਆਨ ਕਹਿੰਦੇ ਹਨ। ਕਰਮ ਵਿਰਤ ਮੈਂ ਭਾਸ ਚਿਦ
ਇਸ ਜੁਤ ਗੇ ਸੋਏ। ਹੁਣ ਕਹਿੰਦੇ ਨੇ ਇੱਕ ਗਿਆਤਾ ਗਿਆਨ ਅਤੇ ਗੇ, ਗੇ ਤੇ ਪ੍ਰਮਾਤਾ, ਇਹ ਦੋਨੋਂ ਜਿਹੜੇ ਅੱਖਰ ਨੇ ਹੈ ਤਾਂ ਇੱਥੇ ਹੀ, ਇੱਥੇ ਕੇਵਲ ਗੇ ਹੈ। ਤੋ ਪ੍ਰਮਾਤਾ ਨਾਲ ਲਿਖਣਾ, ਕਿਉਂਕਿ ਗੇ ਤੇ ਪ੍ਰਮਾਤਾ ਵਿੱਚ ਕੋਈ ਫਰਕ ਨਹੀਂ ਹੈ, ਤਾਂ ਕਿਉਂਕਿ ਪ੍ਰਮਾਤਾ ਪ੍ਰਮਾਣ ਪ੍ਰਮੇ ਇਹ ਇੱਕ ਵੱਖਰੇ ਆਉਂਦੇ ਨੇ। ਇੱਥੇ ਗੇ ਤੋਂ ਭਾਵ ਹੈ ਜਦੋਂ ਕਰਮ ਬਿਰਤ ਮਹਿ ਭਾਸ ਚਿਦ ਇਸ ਜੁਤ ਗੇ ਸੋ ਹੋਏ। ਜਦੋਂ ਜਿਹੜੀ ਸਾਡੀ ਬਿਰਤੀ ਹੈ, ਕਰਮ ਬਿਰਤੀ ਵਿੱਚ ਜਦੋਂ ਬ੍ਰਹਮ ਦਾ ਪ੍ਰਕਾਸ਼ ਮਿਲੇ ਉਹਨੂੰ ਕਹਿੰਦੇ ਨੇ ਗੇ, ਕਿਉਂਕਿ ਇਹਦਾ ਕਰਮ ਕਰਨ ਵੇਲੇ ਜਦੋਂ ਬਿਰਤੀ ਵਿੱਚ ਪ੍ਰਕਾਸ਼ ਪਿਆ ਤਾਂ ਉਦੋਂ ਇਹਨੂੰ ਕਿਹਾ ਜਾਂਦਾ ਗੇ, ਕਿ ਨਿਰਵਿਕਲਪ ਸਮਾਧੀ ਅਥਵਾ ਸਾਵਿਕਲਪ ਸਮਾਧੀ ਵਿੱਚ ਇਹ ਆਇਆ ਸੀ ਕਿ ਬੰਦੇ ਦੇ ਅੰਦਰ ਥੋੜਾ ਥੋੜਾ ਗਿਆਨ ਜਿਹਾ ਰਹਿੰਦਾ, ਇੱਕ ਗਿਆਤਾ ਗਿਆਨ ਗੇ, ਮੈਂ ਹਾਂ ਉਹ ਬ੍ਰਹਮ ਹੈ, ਮੈਂ ਉਹਦਾ ਜਾਪ ਕਰਦਾ ਹਾਂ। ਇਹਨਾਂ ਦੋਨਾਂ ਨੂੰ ਜਣਾਉਣ ਵਾਲਾ ਉਹ ਚਿਦਾਭਾਸ ਸਾਖੀ ਰੂਪ ਮੈਨੂੰ ਜਣਾਉਂਦਾ ਹੈ। ਪਰ ਇੱਕ ਸਮਾਂ ਐਸਾ ਵੀ ਆਉਂਦਾ ਹੈ ਜਦੋਂ ਸਾਵਿਕਲਪ ਸਮਾਧੀ ਲੱਗ ਜਾਂਦੀ ਹੈ, ਉੱਥੇ ਜਾ ਕੇ ਇਹ ਜੀਵ ਪੁਣਾ ਮੁੱਕ ਜਾਂਦਾ ਹੈ। ਉੱਥੇ ਮੈਂ ਤੇ ਤੂੰ ਫਰਕ ਨਹੀਂ ਰਹਿੰਦਾ, ਅਬ ਤੂੰ ਹੀ ਮੈਂ ਨਾਹੀਂ, ਕਿਉਂਕਿ ਮੇਰਾ ਹੁਣ ਆਪਣਾ ਪੁਣਾ ਮੁੱਕ ਚੁੱਕਿਆ ਹੈ। ਗਿਆਤਾ ਪਰਮਾਤਾ ਹੈ ਇਕ ਕੇ ਆਖੈ ਦੋਏ। ਉਹ ਗਿਆਤਾ ਤੇ ਪ੍ਰਮਾਤਾ ਇੱਕ ਦੇ ਹੀ ਦੋ ਨਾਮ ਹਨ, ਇੱਕ ਅੱਖਰ ਦੇ ਹੀ। ਗਿਆਨ ਕੈ ਪਰਮਾਣ ਕੋ ਗੇ ਪਰਮੇਸ਼ ਜਾਨ। ਸੋ ਗਿਆਨ ਕਹਿੰਦੇ ਨੇ ਪ੍ਰਮਾਣ ਨੂੰ, ਤੇ ਗੇ ਜਿਹੜਾ ਹੁੰਦਾ ਹੈ ਕਹਿੰਦੇ ਉਹ ਪਰਮੇ ਨੂੰ ਜਾਣਨਾ ਕਰੋ, ਉਹਨੂੰ ਗੇ ਕਹਿੰਦੇ ਨੇ। ਸੋ ਇਸ ਤਰੀਕੇ ਦੇ ਨਾਲ ਫੇਰ ਸਮਝ ਲਈਏ ਕਿ ਜਿਸ ਤਰੀਕੇ ਨਾਲ ਤ੍ਰਿਪੁਟੀ ਵਿੱਚ ਆਪ ਜਿਵੇਂ ਤਿਵੇਂ ਗਿਆਨ ਨੂੰ ਪ੍ਰਮਾਣ ਤੇ ਗੇ ਨੂੰ ਪਰਮੇ ਕਹਿ ਲੈਂਦੇ ਨੇ, ਇਸ ਤਰੀਕੇ ਨਾਲ ਕਿ ਗਿਆਨ ਨੂੰ ਪ੍ਰਮਾਣ ਤੇ ਗੇ ਨੂੰ ਪਰਮੇ, ਕਿਉਂਕਿ ਇਹਨਾਂ ਦੇ ਦੋ ਨਾਮ ਨੇ। ਗਿਆਤਾ ਗਿਆਨ ਗੇ ਵੀ ਉਹੀ ਚੀਜ਼ ਹੈ, ਧਿਆਤਾ ਧਿਆਨ ਤੇ ਵੀ ਉਹੀ ਚੀਜ਼ ਹੈ। ਇਸ ਕਰਕੇ ਇੱਥੇ ਪ੍ਰਮਾਣ ਇਹ ਦਿੱਤਾ ਹੈ, ਇਹ ਦੋਨੋਂ ਇੱਕੋ ਚੀਜ਼ਾਂ ਹਨ। ਤ੍ਰਿਪੁਟੀ ਮੈਂ ਲਖ ਆਪ ਕੋ ਕਹੈ ਅਪਰਮਾ ਗਿਆਨ। ਤ੍ਰਿਪੁਟੀ ਵਿੱਚ ਹੁਣ ਆਪਣੇ ਆਪ ਨੂੰ ਜਿਹੜਾ ਜਾਣਨਾ ਹੈ, ਸਮਾਧੀ ਲਾਉਣ ਵੇਲੇ ਸਾਵਿਕਲਪ ਸਮਾਧੀ ਵਿੱਚ ਗਿਆਤਾ ਗਿਆਨ ਗੇ ਇਹਨਾਂ ਤਿੰਨਾਂ ਇਕੱਠਿਆਂ ਦਾ ਨਾਮ ਤ੍ਰਿਪੁਟੀ ਹੈ। ਤ੍ਰਿਪੁਟੀ ਦੇ ਵਿੱਚ ਇਹ ਜਿਹੜਾ ਜਾਣਨਾ ਕਿ ਮੈਂ ਹਾਂ, ਇਹਨੂੰ ਅਪਰਮਾ ਗਿਆਨ ਕਹਿੰਦੇ ਹਨ। ਤ੍ਰਿਪੁਟੀ ਕੋ ਜੋ ਪ੍ਰਕਾਸ਼ ਹੈ ਅਰ ਸਭ ਕੋ ਤਿਸ ਠਾਨ। ਸੋ ਤ੍ਰਿਪੁਟੀ ਦੇ ਵਿੱਚ ਜਿਹੜਾ ਪ੍ਰਕਾਸ਼ ਹੈ ਅਤੇ ਜਿਹੜਾ ਸਾਰਿਆਂ ਦਾ ਆਸਰਾ ਰੂਪ ਬ੍ਰਹਮ ਹੈ, ਉਸ ਨੂੰ ਕਿਹਾ ਜਾਂਦਾ ਹੈ ਕਿ ਤ੍ਰਿਪੁਟੀ ਦੇ ਵਿੱਚ ਜਿਹੜਾ ਗਿਆਨ ਹੈ ਆਪਾਂ ਨੂੰ, ਅਤੇ ਸਾਰਿਆਂ ਦਾ ਜੋ ਅਧਿਸ਼ਠਾਨ ਹੁੰਦਾ ਹੈ, ਪ੍ਰਕਾਸ਼ ਰੂਪ ਹੈ, ਅਧਿਸ਼ਠਾਨ ਆਸਰੇ ਨੂੰ ਕਿਹਾ ਹੈ, ਜੋ ਆਸਰਾ ਰੂਪ ਹੁੰਦਾ ਹੈ। ਆਪਨੋ ਆਪ ਸੁਜਾਨੇ ਸੋ ਕੈ ਪਰਮਾ ਗਿਆਨ। ਉਸ ਨੂੰ ਆਪਣਾ ਆਪ ਜਾਣਨਾ ਇਹ ਪਰਮਾ ਗਿਆਨ ਹੈ। ਇੱਕ ਤਾਂ ਹੁੰਦਾ ਅਪਰਮਾ ਗਿਆਨ, ਤੇ ਫਿਰ ਆਪਾਂ ਸਮਝ ਲਈਏ ਐ ਬਹੁਤ ਔਖਾ ਜਾ, ਪਰ ਹੈ ਬੜੀ ਆਨੰਦ ਵਾਲੀ ਚੀਜ਼। ਜਦੋਂ ਸਮਝ ਕੇ ਫਿਰ ਆਨੰਦ ਆ ਜਾਣਾ। ਅਪਰਮਾ ਗਿਆਨ ਤਾਂ ਉਹ ਹੁੰਦਾ ਹੈ ਜਿਹਦੇ ਵਿੱਚ ਆਪਾਂ ਸਾਵਿਕਲਪ ਸਮਾਧੀ ਦੇ ਅੰਦਰ ਗਿਆਤਾ ਗਿਆਨ ਗੇ ਨੂੰ ਰੱਖਦੇ ਹਾਂ। ਮਾੜਾ ਮਾੜਾ ਇਹ ਲੱਗਦਾ ਕਿ ਮੈਂ ਪਾਠ ਕਰ ਰਿਹਾ, ਮੈਂ ਵਾਹਿਗੁਰੂ ਵਾਹਿਗੁਰੂ ਕਰ ਰਿਹਾ, ਤੇ ਉਹ ਬ੍ਰਹਮ ਹੈ, ਵਖਰੇਵਾਂ ਜਿਹਾ ਹੈ ਇੱਥੇ ਹਲੇ। ਇਹ ਅਪਰਮਾ ਗਿਆਨ ਹੈ। ਜਦੋਂ ਇੱਕ ਗਿਆਨ ਇਹ ਹੋ ਜਾਂਦਾ ਹੈ ਕਿ ਤੂੰ ਵੀ ਤਾਂ ਉਹੀ ਹੈ ਤੇ ਉਹ ਵੀ ਉਹੀ ਹੈ, ਫਿਰ ਫਰਕ ਕਿੱਥੇ ਰਹਿ ਗਿਆ ਆਪਣੇ ਵਿੱਚ? ਇੱਕ ਗਿਆਨ ਇਹ ਪ੍ਰਗਟ ਹੁੰਦਾ ਹੈ ਕਿ ਮਨ ਤੂੰ ਜੋਤ ਸਰੂਪ ਹੈ, ਤੂੰ ਵੀ ਤਾਂ ਉਹੀ ਹੈ, ਉਹ ਵੀ ਉਹੀ ਹੈ, ਤੇ ਆਪਾਂ ਵੱਖਰੇ ਕਿਵੇਂ ਦੋਵੇਂ? ਆਪਾਂ ਕਿਉਂ ਸਮਝਦੇ ਕਿ ਮੈਂ ਜਾਪ ਕਰਦਾ ਉਹਦਾ, ਤੇ ਇਹ ਕਿਉਂ ਕਹਿਣਾ ਕਿ ਮੈਂ ਉਹਦਾ ਜਾਪ ਕਰਦਾ ਹਾਂ? ਉਹ ਵੀ ਤੂੰ ਹੀ ਹੈ ਤੇ ਤੂੰ ਵੀ ਉਹੀ ਹੈ। ਜਦੋਂ ਇੱਕੋ ਹੀ ਰੂਪ ਹੋ ਜਾਂਦਾ ਹੈ, ਜਿਉਂ ਪਾਣੀ ਸੰਗ ਪਾਣੀ ਮਿਲ ਜਾਂਦਾ ਹੈ, ਤਾਂ ਅਪਰਮਾ ਦੀ ਜਗ੍ਹਾ ਤੇ ਇਹਨੂੰ ਪਰਮਾ ਗਿਆਨ ਕਹਿੰਦੇ ਨੇ। ਜਿਹੜੇ ਸਾਰਿਆਂ ਨਾਲੋਂ ਵੱਡਾ ਗਿਆਨ ਹੁਣ ਜਾ ਕੇ ਪ੍ਰਗਟ ਹੋਇਆ। ਸੋਈ ਫਿਰਕੈ ਤੂੰ ਭਇਆ ਜਾ ਕੋ ਕਹਿਤਾ ਔਰ,
ਉਹ ਜਿਹੜੇ ਰੱਬ ਨੂੰ ਵੱਖਰਾ ਗਿਣਦਾ ਸੀ, ਜਦੋਂ ਪਤਾ ਲੱਗਿਆ ਉਹ ਹੋਏ ਤਾਂ ਮੈਂ ਹੀ ਆ, ਫਿਰ ਉੱਥੇ ਜਾ ਕੇ ਸਾਰਾ ਮੈਂ ਪੁਣਾ ਖਤਮ ਹੋ ਗਿਆ, ਤੂੰ ਹੀ ਦਾ ਜਾਪ ਹੋ ਗਿਆ। ਸਵਈਆ ਛੰਦ महावाक वेदांत के सतगुर तिसको होन यथार्थ ज्ञान। ਹੁਣ ਜਿਹੜੇ ਵਾਕ ਨੇ ਸਤਿਗੁਰੂ ਜੀ ਵੀ ਆਪਾਂ ਨੂੰ ਬਖਸ਼ਿਸ਼ ਕਰਦੇ ਨੇ, ਇੱਕ ਪ੍ਰਮਾਣ ਵੇਦਾਂ ਦਾ ਦੇਣਗੇ, ਫਿਰ ਜਪਜੀ ਸਾਹਿਬ ਵਿੱਚ ਜਿਹੜੇ ਮਹਾਵਾਕ ਨੇ ਉਹ ਦੱਸਣਗੇ। ਪਹਿਲਾਂ ਇਉਂ ਕਹਿੰਦੇ ਨੇ ਕਿ ਮਹਾਵਾਕ ਵੇਦਾਂਤ ਕੇ ਸਤਿਗੁਰ ਤਿਸਕੋ ਹੋਣ ਯਥਾਰਥ ਗਿਆਨ। ਇਹ ਜਿਹੜੇ ਮਹਾਵਾਕ ਨੇ ਨਾ ਵੇਦਾਂ ਦੇ, ਯਥਾਰਥ ਗਿਆਨ ਉਸ ਨੂੰ ਪ੍ਰਾਪਤ ਹੁੰਦਾ ਹੈ ਕਿ ਜਿਸ ਨੂੰ ਵੇਦਾਂਤ ਦੇ ਮਹਾਵਾਕ ਦੇ ਉਪਦੇਸ਼ਟਾ ਸਤਿਗੁਰੂ ਮਿਲਣ। ਇੱਥੇ ਸਤਿਗੁਰੂ ਤੋਂ ਮੁਰਾਦ ਇਹਨਾਂ ਨੇ ਦਿੱਤੀ ਆ ਵੀ ਵਿਦਿਆ ਦੇ ਉਸਤਾਦ, ਉਹਨਾਂ ਵਿੱਚ ਵੇਦਾਂਤ ਦਾ ਅਰਥ ਹੈ ਵੇਦਾਂ ਦਾ ਜਿੱਥੇ ਜਾ ਕੇ ਸਾਰ ਤੱਤ ਨਿਚੋੜ ਨਿਕਲ ਆਉਂਦਾ ਹੈ, ਉਹਨੂੰ ਵੇਦਾਂਤ ਕਿਹਾ ਹੈ। ਉਧਰ ਤਾਂ ਉਹਨਾਂ ਦਾ ਉਸਤਾਦ ਉਹਨਾਂ ਨੂੰ ਗਿਆਨ ਦਿੰਦਾ ਹੈ, ਇੱਧਰ ਗੁਰੂ ਨਾਨਕ ਦੇਵ ਜੀ ਗਿਆਨ ਦਿੰਦੇ ਨੇ। ਇਹ ਬਾਅਦ ਵਿੱਚ ਜਾ ਕੇ ਫਿਰ ਜਦੋਂ ਇਹਨਾਂ ਦਾ ਰਿਜ਼ਲਟ ਨਿਕਲਣਾ, ਇਕੱਠੇ ਹੋ ਜਾਣਗੇ, ਫਿਰ ਸਤਿਗੁਰੂ ਸਮਝਾਉਣਗੇ ਕਿ ਆਪਣੇ ਕੋਲ ਸਾਰਿਆਂ ਨਾਲੋਂ ਵੱਡੇ ਮਹਾਵਾਕ ਕਿਹੜੇ ਹਨ। ਅਧਿਕਾਰੀ ਜੋ ਚਤ ਸਵੈ ਸਾਧਨ ਵਿਖੈ ਜੀਵੇਸ਼ਵਰ ਇਕਤਾ ਜਾਨ। ਸੋ ਹੁਣ ਇੱਕ ਕੁਛ ਐਸੀ ਚੀਜ਼ ਹੈ ਜਿਹਦੇ ਜਾਣੇ ਤੋਂ ਬਿਨਾ ਜੀਵ ਪ੍ਰਵੇਸ਼ ਨਹੀਂ ਹੋ ਸਕਦਾ ਕਿਸੇ ਵੀ ਥਾਂ ਦੇ ਉੱਤੇ। ਉਹਨੂੰ ਕਹਿੰਦੇ ਨੇ ਕਿ ਅਧਿਕਾਰੀ, ਇਹਨੂੰ ਕਹਿੰਦੇ ਨੇ ਅਨੁਬੰਧ। ਇਹਨਾਂ ਲਈ ਤਾਂ ਆਪਾਂ ਇੱਥੇ ਮਾੜਾ ਜਿਹਾ ਵਿਚਾਰ ਕਰਾਂਗੇ। ਅਨੁਬੰਧ 4 ਪ੍ਰਕਾਰ ਦੇ ਹੁੰਦੇ ਨੇ। ਕਿਸੇ ਵੀ ਗ੍ਰੰਥ ਨੂੰ ਰਚਣ ਤੋਂ ਪਹਿਲਾਂ ਗ੍ਰੰਥਾਕਾਰ 4 ਅਨੁਬੰਧਾਂ ਦਾ ਗਿਆਨ ਦਿੰਦਾ ਹੈ। ਜਦ ਤੱਕ ਉਹ 4 ਗਿਆਨ ਨਹੀਂ ਪ੍ਰਾਪਤ ਹੁੰਦੇ, ਉਦੋਂ ਤੱਕ ਉਹ ਗ੍ਰੰਥ ਵਿੱਚ ਨਾ ਲਿਖਣ ਵਾਲਾ ਪ੍ਰਵੇਸ਼ ਕਰ ਸਕਦਾ ਹੈ, ਨਾ ਪੜ੍ਹਨ ਵਾਲਾ ਪ੍ਰਵੇਸ਼ ਕਰ ਸਕਦਾ ਹੈ। ਇਹ ਜਪਜੀ ਸਾਹਿਬ ਦੀ ਕਥਾ ਵਿੱਚ ਜ਼ਿਆਦਾ ਵਿਸਥਾਰ ਨਾਲ ਦੱਸਿਆ ਹੋਇਆ। ਇੱਥੇ ਸਿਰਫ ਮਾੜਾ ਹੀ ਕਵੀ ਜੀ ਨੇ ਵੀ ਜਿੰਨਾ ਕੁ ਦੱਸਿਆ ਹੈ। ਪਹਿਲਾ ਤਾਂ ਜਿਹੜਾ ਹੈ ਅਧਿਕਾਰੀ ਅਨੁਬੰਧ ਕਹਿੰਦੇ ਨੇ ਚਤੁਸ਼ਟੈ ਸਾਧਨ ਦੇ ਸਮੇਤ, ਭਾਵ ਉਹ ਜਿਹੜਾ 4 ਸਾਧਨਾਂ ਦੇ ਸਮੇਤ ਹੁੰਦਾ ਨਾ, ਉਹਨੂੰ ਅਧਿਕਾਰ ਹੈ। ਜਿਹੜਾ ਇਹਦੇ ਵਿੱਚ 4 ਸਾਧਨ ਆ ਜਾਂਦੇ ਨੇ ਕਿ ਇਸੇ ਤਰੀਕੇ ਦੇ ਨਾਲ ਕਿ ਇਹ ਗਿਆਨ ਦੀ ਪ੍ਰਾਪਤੀ ਚਾਹੁੰਦਾ ਹੈ, ਇਹ ਮੁਕਤੀ ਦੀ ਪ੍ਰਾਪਤੀ ਚਾਹੁੰਦਾ ਹੈ, ਤੇ ਇਹ ਜਿਹੜਾ ਹੈ ਭੁੱਖ, ਪਿਆਸ, ਗਰਮੀ, ਸਰਦੀ, ਇਹਨਾਂ ਨੂੰ ਸਹਾਰ ਸਕਦਾ ਹੈ, ਦੁੱਖ ਅਤੇ ਸੁੱਖ ਨੂੰ ਸਹਾਰ ਸਕਦਾ ਹੈ। ਇਹ ਅਧਿਕਾਰੀ ਹੈ। ਜੇ ਉਹ ਅਧਿਕਾਰੀ ਹੀ ਨਹੀਂ ਤਾਂ ਉਹ ਇੱਥੇ ਬਹਿਣ ਦਾ ਅਧਿਕਾਰੀ ਵੀ ਨਹੀਂ, ਉਹ ਗ੍ਰੰਥ ਨੂੰ ਪੜ੍ਹਨ ਦਾ ਅਧਿਕਾਰੀ ਵੀ ਨਹੀਂ, ਕਿਉਂਕਿ ਉਹ ਇਹਨਾਂ ਚੀਜ਼ਾਂ ਨੂੰ ਸਹਾਰਨ ਵਾਲੇ ਨੂੰ ਹੀ ਸਮ, ਦਮ, ਸਰਦਾ ਤੀਸਰੇ। ਸਮ ਇੱਕ ਹੋ ਗਿਆ ਤੇ ਦਮ ਹੋ ਗਿਆ। ਸਮ ਹੁੰਦਾ ਮਨ ਨੂੰ ਰੋਕਣਾ, ਦਮ ਹੋ ਗਿਆ ਦਮਨ ਇੰਦਰੀਆਂ ਨੂੰ ਰੋਕਣਾ, ਸ਼ਰਧਾ ਤੀਜੇ ਨੰਬਰ ਤੇ ਆ ਜਾਂਦੀ ਹੈ। ਸਮਾਧਾਨ ਤੇ ਉਪਰਾਮ, ਸਮਾਧਾਨ ਕਰਨਾ ਤੇ ਉਪਰਾਮ ਹੋਣਾ ਵਿਸ਼ਿਆਂ ਵੱਲੋਂ। ਛਟੀ ਤਤੀਛਾ ਜਾਨੀ ਹੈ, ਭਿੰਨ ਭਿੰਨ ਜਾਂ ਨਾਮ। ਇਹ 4 ਕਰਮਾਂ ਦੇ ਸਹਿਤ ਜਦੋਂ ਜੀਵ ਹੁੰਦਾ, ਤਤੀਛਾ ਉਹੀ ਕਿ ਭੁੱਖ ਪਿਆਸ, ਗਰਮੀ ਤੇ ਸਰਦੀ ਸਹਾਰਨੀ, ਦੁੱਖ ਨੂੰ ਸਹਾਰਨਾ, ਇਸ ਤਰ੍ਹਾਂ ਦੀ ਕਿਰਿਆ ਨੂੰ ਜਿਹੜਾ ਸਹਾਰਨ ਵਾਲਾ ਹੁੰਦਾ ਹੈ ਉਹਨੂੰ ਕਹਿੰਦੇ ਅਧਿਕਾਰੀ। ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿਣ ਤੋਂ ਪਹਿਲਾਂ ਆਪਾਂ ਪੁੱਛਦੇ ਹਾਂ ਵੀ ਅਧਿਕਾਰੀ ਵੀ ਹੈ? ਜੇ ਅਧਿਕਾਰੀ ਨਹੀਂ ਤਾਂ ਬਈ ਤੂੰ ਇੱਥੇ ਨਹੀਂ ਬਹਿ ਸਕਦਾ। ਇਸੇ ਪ੍ਰਕਾਰ ਕਿਸੇ ਗ੍ਰੰਥ ਨੂੰ ਪੜ੍ਹਨ ਤੋਂ ਪਹਿਲਾਂ ਉਹਦੇ ਅਧਿਕਾਰ ਨੂੰ ਦੇਖਿਆ ਜਾਂਦਾ ਹੈ। ਇਹ ਗੱਲਾਂ ਪਹਿਲਾਂ ਹੁੰਦੀਆਂ ਸੀ, ਅਧਿਕਾਰੀ ਦੇਖਣਾ ਬੰਦਾ, ਇਸ ਗੱਲ ਦਾ ਅਧਿਕਾਰੀ ਵੀ ਹੈ। ਹੁਣ ਤਾਂ ਹਰੇਕ ਹੀ ਕਹਿੰਦਾ ਕਿ ਮੈਂ ਪਹਿਲਾਂ ਹੀ ਅਧਿਕਾਰੀ ਬਣਿਆ ਬਣਾਇਆ ਹੀ ਆ, ਮੈਨੂੰ ਸਾਰਾ ਕੁਝ ਆਉਂਦਾ ਹੈ, ਮੈਂ ਪੜ੍ਹਿਆ ਲਿਖਿਆ। ਮਰਿਆਦਾ ਦਾ ਪਤਾ ਹੀ ਨਹੀਂ, ਸਿਹਾਰੀ ਬਿਹਾਰੀ ਦਾ ਪਤਾ ਨਹੀਂ, ਬਾਣੀ ਗਲਤ ਹੈ, ਉਹ ਇਹ ਨਹੀਂ ਪਤਾ ਪ੍ਰਕਾਸ਼ ਕਿਵੇਂ ਕਰਨਾ ਹੈ, ਕਿਸੇ ਗੱਲ ਦਾ ਪਤਾ ਨਹੀਂ। ਪਰ ਮਹਾਰਾਜ ਕਹਿੰਦੇ ਪਹਿਲਾਂ ਭਾਈ ਆਪਾਂ ਨੂੰ ਅਧਿਕਾਰੀ ਹੋਣਾ ਚਾਹੀਦਾ ਹੈ। ਵਿਖੇ ਜੀਵ ਈਸ਼ ਜਿਹੜਾ ਹੈ ਇੱਕ ਤਾਂ ਜਾਨ। ਸੋ ਇਸੇ ਤਰੀਕੇ ਨਾਲ ਕਹਿੰਦੇ ਨੇ
ਜੀਵ ਈਸ਼ਵਰ ਦੀ ਜਿਹੜੀ ਏਕਤਾ ਹੈ ਨਾ, ਇਹ ਵਿਖੇ ਸੰਬੰਧ ਅਨੁਬੰਧ ਹੈ। ਪਹਿਲਾਂ ਤਾਂ ਆਇਆ ਸੀਗਾ ਅਧਿਕਾਰੀ ਅਨੁਬੰਧ, ਫਿਰ ਵਿਸ਼ਾ ਅਨੁਬੰਧ। ਗੁਰੂ ਗ੍ਰੰਥ ਸਾਹਿਬ ਦਾ ਵਿਸ਼ਾ ਕੀ ਹੈ? ਗੁਰੂ ਗ੍ਰੰਥ ਸਾਹਿਬ ਦਾ ਵਿਸ਼ਾ ਹੈ ਜੀਵ ਤੇ ਈਸ਼ਵਰ ਦੀ ਏਕਤਾ ਕਰਾਉਣੀ। ਇਹ ਮਹਾਰਾਜ ਦਾ ਵਿਸ਼ਾ ਹੈ। ਬੋਧ ਬ੍ਰਹਮ ਬੋਧਕ ਵੇਦਾਂਤ ਸੋ, ਇਹ ਸੰਬੰਧ ਨੀਕੇ ਪਹਿਚਾਨ। ਸੋ ਇਹ ਜਿਹੜਾ ਹੈ ਨਾ ਸਾਰਿਆਂ ਨਾਲੋਂ ਵਧੀਆ, ਬੋਧ ਬ੍ਰਹਮ ਬੋਧਕ ਵੇਦਾਂਤ ਸੋ। ਸੋ ਇਸ ਤਰੀਕੇ ਨਾਲ ਕਹਿੰਦੇ ਨੇ ਕਿ ਇਹ ਚੰਗੀ ਤਰ੍ਹਾਂ ਜਾਣ ਲਓ ਕਿ ਇਹਦੇ ਵਿੱਚ ਹੁਣ ਸੰਬੰਧ ਅਨੁਬੰਧ ਹੈ। ਇਹ ਪਹਿਲਾਂ ਅਧਿਕਾਰੀ ਅਨੁਬੰਧ ਆਇਆ ਹੈ, ਤੋ ਇਸੇ ਤਰ੍ਹਾਂ ਹੀ ਇਹ ਜਿਵੇਂ ਸੰਬੰਧ ਅਨੁਬੰਧ ਆਇਆ ਹੈ, ਤੋ ਇਸ ਤਰੀਕੇ ਦੇ ਨਾਲ ਕਹਿੰਦੇ ਨੇ ਜਿਵੇਂ ਆਪਾਂ ਇਹ ਜਾਣ ਲਈਏ ਕਿ ਬ੍ਰਹਮ ਏਕ ਹੈ ਤੇ ਵਿਦਾਂਤ ਜਿਹੜਾ ਹੈ ਉਹ ਬੋਧਕ ਹੈ ਉਹਦੇ ਜਨਾਉਣ ਦਾ। ਬ੍ਰਹਮ ਤਾਂ ਬੋਧ ਹੈ ਤੇ ਵਿਦਾਂਤ ਉਹਦਾ ਬੋਧਕ ਹੈ। ਜਿਵੇਂ ਆਪਣੇ ਜਾਣਨ ਦਾ ਵਿਸ਼ਾ ਕੀ ਹੈ? ਬ੍ਰਹਮ। ਆਪਾਂ ਕਿਹਨੂੰ ਮਿਲਣਾ ਚਾਹੁੰਦੇ ਹਾਂ? ਵਾਹਿਗੁਰੂ ਨੂੰ। ਵਾਹਿਗੁਰੂ ਦਾ ਜਨਾਉਣ ਵਾਲਾ ਕੌਣ ਹੈ? ਉਹ ਗੁਰਾਂ ਦੀ ਬਾਣੀ ਹੈ। ਇਸ ਤਰੀਕੇ ਨਾਲ ਪਹਿਲਾਂ ਇਹ ਸੰਬੰਧ ਜਾਣ ਲਓ ਕਿ ਗੁਰਬਾਣੀ ਦਾ ਸੰਬੰਧ ਕੀ ਹੈ ਬ੍ਰਹਮ ਦੇ ਨਾਲ, ਜੀਵ ਦੇ ਨਾਲ। ਗੁਰਬਾਣੀ ਜਿਹੜੀ ਹੈ ਨਾ, ਇੱਥੇ ਬਚਨ ਆ ਜਾਣਾ, ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬੈਸੀਠ, ਵਿਚੋਲਾ ਹਰ ਨਾਮੋ ਮੰਤਰ ਦ੍ਰਿੜਾਏਂਦਾ, ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਧੁਰੇ ਪਿਆ ਸੰਜੋਗ। ਇਹ ਜਿਹੜਾ ਹੈ ਨਾ ਜਣਾਉਂਦੇ ਨੇ, ਸਤਿਗੁਰੂ ਜੀ ਜਣਾਉਂਦੇ ਨੇ ਵਿਚੋਲੇ ਬਣ ਕੇ ਜੀਵ ਨੂੰ। ਇਸ ਕਰਕੇ ਜਿਹੜਾ ਹੈ ਇਹ ਸੰਬੰਧ ਅਨੁਬੰਧ ਕਿਹਾ ਜਾਂਦਾ ਹੈ। ਦੁੱਖ ਨਿਵਰਤ ਪਰਮਾਨੰਦ ਪ੍ਰਾਪਤ, ਇਹੀ ਪ੍ਰਯੋਜਨ ਕਰੈ ਬਖਾਨ। ਕਹਿੰਦੇ ਇਹ ਜਿਹੜਾ ਗ੍ਰੰਥ ਹੈ, ਕੋਈ ਵੀ ਗ੍ਰੰਥ, ਧਾਰਮਿਕ ਗ੍ਰੰਥ ਅਥਵਾ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜੇ ਕੋਈ ਇਹ ਕਹੇ ਕਿ ਇਹਨਾਂ ਦੇ ਰਚਨ ਦਾ ਪ੍ਰਯੋਜਨ ਕੀ ਹੈ, ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਿਉਂ ਹੋਈ ਹੈ, ਅਥਵਾ ਵੇਦਾਂ ਸ਼ਾਸਤਰਾਂ ਸਿਮਰਤੀਆਂ ਦੀ ਰਚਨਾ ਕਿਉਂ ਹੋਈ ਹੈ, ਰਚਨਕਾਰ ਨੂੰ ਪੁੱਛੇ ਵੀ ਤੁਸੀਂ ਇਹ ਕਿਉਂ ਲਿਖੇ ਨੇ, ਤਾਂ ਉਹ ਇੱਕ ਜਵਾਬ ਦਿੰਦੇ ਨੇ ਕਿਉਂ ਕਿ ਇਹ ਪ੍ਰਯੋਜਨ ਅਨੁਬੰਧ ਕਹਿੰਦੇ ਨੇ ਵੀ ਕੋਈ ਪ੍ਰਯੋਜਨ ਤਾਂ ਹੋਣਾ ਗ੍ਰੰਥ ਲਿਖਣ ਦਾ। ਤਾਂ ਕਹਿੰਦੇ ਭਾਈ ਇਹਦੇ ਵਿੱਚ ਦੁੱਖ ਦੀ ਨਿਵਰਤੀ ਅਤੇ ਪਰਮਾਨੰਦ ਦੀ ਪ੍ਰਾਪਤੀ, ਇਹੀ ਪ੍ਰਯੋਜਨ ਹੈ ਸਾਡਾ ਕਿ ਜੀਵ ਜਿਹੜਾ ਹੈ ਉਹ ਦੁੱਖਾਂ ਤੋਂ ਨਿਵਰਤ ਹੋਵੇ ਅਤੇ ਪਰਮਾਨੰਦ ਦੀ ਪ੍ਰਾਪਤੀ ਹੋਵੇ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਇਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਯੋਜਨ ਹੈ। ਇਸ ਕਰਕੇ ਪ੍ਰਯੋਜਨ ਅਨੁਬੰਧ ਹੈ। ਦੋਹੇਰਾ ਇਹ ਚਾरों ਅਨੁਬੰਧ ਕੋ ਗਿਆਨ ਹਿਰਦੇ ਜਬ ਹੋਏ। ਇਹ ਚਾਰਾਂ ਅਨੁਬੰਧਾਂ ਦਾ ਗਿਆਨ ਹਿਰਦੇ ਦੇ ਅੰਦਰ ਹੋਣਾ ਚਾਹੀਦਾ ਹੈ ਕਿ ਮੈਂ ਅਧਿਕਾਰੀ ਹਾਂ। ਅਧਿਕਾਰੀ ਅਨੁਬੰਧ, ਫਿਰ ਵਿਸ਼ੇ ਅਨੁਬੰਧ, ਸੰਬੰਧ ਅਨੁਬੰਧ, ਪ੍ਰਯੋਜਨ ਅਨੁਬੰਧ। ਇਹਨਾਂ ਚਾਰਾਂ ਦਾ ਜਦੋਂ ਅਧਿਕਾਰੀ ਹੋ ਜਾਂਦਾ ਜੀਵ, ਇਹਨਾਂ ਦਾ ਗਿਆਨ ਹੋ ਜਾਂਦਾ ਹੈ ਹਿਰਦੇ ਦੇ ਵਿੱਚ। ਕਹੈ ਗਿਆਨ ਪਰ ਕਰਨ ਸੋ ਸੰਤਨ ਕੇ ਮਤ ਜੋਏ। ਇਹ ਸੰਤਾਂ ਦੇ ਮਤ ਵਿੱਚ, ਗੁਰਮੁਖਾਂ ਦੇ ਮਤ ਦੇ ਵਿੱਚ ਇਸ ਨੂੰ ਇਸ ਤਰੀਕੇ ਨਾਲ ਗਿਆਨ ਕਿਹਾ ਜਾਂਦਾ ਹੈ। ਕਹੈ ਗਿਆਨ ਪਰ ਕਰਨ ਸੋ। ਇਹ ਗਿਆਨ ਦਾ ਪ੍ਰਕਰਨ ਹੈ। ਪਹਿਲਾਂ ਬੰਦਾ ਮਰਿਆਦਾ ਮੁਤਾਬਕ ਸਹੀ ਹੋਵੇ, ਤਾਬਿਆ ਬਹਿਣ ਤੋਂ ਪਹਿਲਾਂ, ਜਿਵੇਂ ਆਪਾਂ ਕਹੀਏ ਕੋਈ ਮਾੜੀ ਚੀਜ਼ ਤਾਂ ਨਹੀਂ ਖਾਂਦਾ ਭਾਈ, ਅੰਮ੍ਰਿਤ ਛਕਿਆ ਹੋਇਆ ਹੈ, ਪਹਿਲਾਂ ਕਦੇ ਤਾਬਿਆ ਬੈਠਾ ਹੈ, ਤੈਨੂੰ ਗਿਆਨ ਵੀ ਹੈ ਬਾਣੀ ਦਾ। ਇਸ ਤਰੀਕੇ ਦੇ ਨਾਲ ਉਹ ਪਹਿਲਾਂ ਆਪਾਂ ਪੁੱਛਦੇ ਹਾਂ। ਇਹ ਸਾਰਾ ਕੁਝ ਗਿਆਨ ਦੇ ਸ਼ੁਰੂ ਵਿੱਚ ਜ਼ਰੂਰੀ ਹੈ। ਬ੍ਰਹਮ ਅਖੰਡ ਚੈਤਨ ਕੋ ਗਿਆਨ ਯਥਾਰਥ ਜਾਨ। ਹੁਣ ਇਹ ਯਥਾਰਥ ਗਿਆਨ ਹੋ ਗਿਆ ਕਿਹੜਾ ਕਿ ਜਿਹੜਾ ਹੈ ਨਾ ਬ੍ਰਹਮ ਅਖੰਡ ਦਾ ਗਿਆਨ। ਇਹ ਵੀ ਕਿਸੇ ਜਣਾਉਣ ਵਾਲੇ ਨੇ ਆਪਾਂ ਨੂੰ ਜਣਾਇਆ ਹੈ। ਦੁਨੀਆ ਦੇ ਅੰਦਰ ਜਦੋਂ ਗਿਆਨ ਨੇ ਜਨਮ ਲਿਆ ਹੈ
ਤਾਂ ਕਿਸੇ ਗਿਆਨ ਗ੍ਰੰਥ ਰਾਹੀਂ ਹੀ ਜਨਮ ਹੁੰਦਾ ਉਹਦਾ। ਆਪਾਂ ਨੂੰ ਨਹੀਂ ਤਾਂ ਜੰਗਲਾਂ ਵਿੱਚ ਰਹਿਣ ਵਾਲੇ ਜੀਵ ਜਿਹੜੇ ਸੀ, ਹੌਲੀ ਹੌਲੀ ਜਦੋਂ ਸ਼ੁਰੂ ਹੋਈ ਦੁਨੀਆ ਬਣੀ, ਮਨੁੱਖ ਆਇਆ, ਹੌਲੀ ਹੌਲੀ ਗਿਆਨ ਹੋਇਆ। ਅਕਸਰ ਤਾਂ ਕਿਸੇ ਗ੍ਰੰਥ ਨੇ ਗਿਆਨ ਦਿੱਤਾ। ਕਹਿੰਦੇ ਉਹ ਫਿਰ 4 ਮਹਾਵਾਕ ਨੇ, ਉਹਨਾਂ ਚਾਰ ਮਹਾਵਾਕਾਂ ਦੇ ਰਾਹੀਂ ਜੀਵ ਨੂੰ ਇਹ ਗਿਆਨ ਦਿੱਤਾ ਕਿ ਤੂੰ ਹੀ ਬ੍ਰਹਮ ਹੈ, ਤੂੰ ਹੀ ਆਨੰਦ ਸਰੂਪ ਹੈ। ਤੂੰ ਆਪਣੇ ਆਪ ਦੀ ਖੋਜ ਕਰ। ਜੇ ਤੂੰ ਖੋਜ ਕਰ ਲਵੇਂਗਾ ਤਾਂ ਤੈਨੂੰ ਪਤਾ ਲੱਗੇਗਾ ਕਿ ਬ੍ਰਹਮ ਅਖੰਡ ਚੈਤਨ ਕੋ ਗਿਆਨ ਯਥਾਰਥ ਜਾਨ। ਇਹ ਬ੍ਰਹਮ ਅਖੰਡ ਚੇਤਨ ਦਾ ਜਿਹੜਾ ਕੋਈ ਵੀ ਵਾਕ ਸਾਨੂੰ ਗਿਆਨ ਦਿੰਦਾ ਹੈ, ਉਹਨੂੰ ਮਹਾਵਾਕ ਕਹਿੰਦੇ ਹਨ। ਜਿਸੀ ਵਾਕ ਤੇ ਹੋਤ ਹੈ ਮਹਾਵਾਕ ਸੋ ਜਾਨ। ਜਿਸ ਵਾਕ ਤੋਂ ਅਖੰਡ ਚੈਤਨ ਬ੍ਰਹਮ ਦਾ ਜਿਹੜਾ ਗਿਆਨ ਹੋਵੇ ਨਾ, ਉਸ ਨੂੰ ਮਹਾਵਾਕ ਕਹਿੰਦੇ ਹਨ। ਜੋ ਪਏ ਪ੍ਰਗਿਆਨ ਮਾਨੰਦ ਬ੍ਰਹਮ ਇਹ ਮਹਾਵਾਕ ਰਿਗਵੇਦ ਜਿਹੜਾ ਉਹਦੇ ਚ ਲਿਖੇ ਹੋਏ ਨੇ ਕਿ ਇਹ ਜੀਵ ਜਿਹੜਾ ਹੈ ਆਦਿ ਸਰੂਪ ਹੈ, ਬ੍ਰਹਮ ਹੈ। ਇਹ ਜੀਵ ਆਦਿ ਸਰੂਪ ਬ੍ਰਹਮ ਹੈ। ਇਸ ਕਰਕੇ ਇਹਨੂੰ ਮਹਾਗਿਆਨ ਮਹਾਵਾਕ ਕਿਹਾ ਹੈ। ਮਹਾਵਾਕ ਰਿਗਵੇਦ ਵਿਖੇ ਕੈ, ਇਹ ਰਿਗਵੇਦ ਦੇ ਵਿੱਚ ਲਿਖਿਆ ਹੋਇਆ ਹੈ। ਅਹੰਗ ਬ੍ਰਹਮ ਅਸਮੀ ਜੁਜਰ ਬਖਾਨੇ। ਹੁਣ ਜੁਜਰਵੇਦ ਦਾ ਜਿਹੜਾ ਮਹਾਵਾਕ ਹੈ, ਅਹੰ ਬ੍ਰਹਮ ਅਸਮੀ, ਇਹ ਆਤਮਾ ਹੀ ਬ੍ਰਹਮ ਹੈ। ਉਹਨਾਂ ਨੇ ਇਸ ਪ੍ਰਕਾਰ ਇਹਦਾ ਕਥਨ ਕੀਤਾ ਹੈ। ਸ਼ਾਮ ਵੇਦ ਤਤਮ ਮਸੀ ਮਾਨੇ। ਸੋ ਜਿਹੜਾ ਸ਼ਾਮ ਵੇਦ ਹੈ ਉਹ ਇਸ ਗੱਲ ਨੂੰ ਮੰਨਦਾ ਹੈ ਕਿ ਇਹ ਜਿਹੜਾ ਜੀਵ ਹੈ ਇਹੀ ਬ੍ਰਹਮ ਹੈ। ਬ੍ਰਹਮ ਹੀ ਮੰਨਦੇ ਹਨ ਇਸ ਜੀਵ ਨੂੰ। ਅਹੰ ਆਤਮਾ ਬ੍ਰਹਮ ਅਥਰਬਣ। ਅਥਰਬਣ ਵੇਦ ਦੇ ਵਿੱਚ ਲਿਖਿਆ ਇਹ ਆਤਮਾ ਹੀ ਬ੍ਰਹਮ ਹੈ। ਇਸ ਤਰ੍ਹਾਂ ਸਾਰਿਆਂ ਦੇ ਰਲਦੇ ਮਿਲਦੇ ਹੀ ਵਾਕ ਹਨ ਇੱਕ ਦੂਜੇ ਦੇ ਨਾਲ। ਤੋਂ ਥੋੜਾ ਥੋੜਾ ਹੀ ਫਰਕ ਹੈ। ਇਹ ਜੀਵ ਆਨੰਦ ਸਰੂਪ ਬ੍ਰਹਮ ਹੈ। ਇਹ ਮਹਾਵਾਕ ਹੈ ਰਿਗਵੇਦ ਦਾ, ਤੇ ਮੈਂ ਬ੍ਰਹਮ ਹਾਂ ਇਹ ਯੁਜਰਵੇਦ ਦਾ ਮਹਾਵਾਕ ਹੈ। ਇਹ ਕਹੀਦਾ ਸ਼ਾਮ ਵੇਦ ਜਿਹੜਾ ਹੈ ਉਹ ਮੰਨਦਾ ਹੈ ਕਿ ਉਹ ਵਾਹਿਗੁਰੂ ਤੂੰ ਹੈ, ਉਹ ਸ਼ਾਮ ਵੇਦ ਕਹਿੰਦਾ ਹੈ। ਇਹ ਆਤਮਾ ਬ੍ਰਹਮ ਹੈ। ਇਹ ਅਥਰਬਣ ਵੇਦ ਦਾ ਮਹਾਵਾਕ ਕਿਹਾ ਜਾਂਦਾ ਹੈ। ਮਹਾਵਾਕ ਇਹ ਚਾਰੋਂ ਸ਼ਰੁਤ ਗਣ। ਇਹ ਜਾਣ ਲਓ ਬਈ ਵੇਦਾਂ ਦੇ 4 ਇਹ ਮਹਾਵਾਕ ਪੁਰਾਣੇ ਸਮੇਂ ਵਿੱਚ, ਪੁਰਾਣੇ ਧਰਮਾਂ ਵਿੱਚ, ਪੁਰਾਣੇ ਗ੍ਰੰਥਾਂ ਨੇ ਲਿਖੇ ਹੋਏ ਹਨ। ਤੇ ਸਾਡੇ ਸਤਿਗੁਰੂ ਜੀ ਨੇ ਸਾਨੂੰ ਕਿਹੜੇ ਮਹਾਵਾਕ ਬਖਸ਼ੇ ਹਨ? ਇਹ ਚਾਰੋਂ ਹੀ ਜਪ ਜੀ ਵਿਖੇ ਸ਼੍ਰੀ ਨਾਨਕ ਜੀ ਕਹਿ ਕਰ ਲਿਖੇ। ਇਹ ਚਾਰੋਂ ਹੀ ਮਹਾਵਾਕ ਗੁਰੂ ਨਾਨਕ ਦੇਵ ਜੀ ਨੇ ਲਿਖੇ ਸ਼੍ਰੀ ਜਪਜੀ ਸਾਹਿਬ ਦੇ ਵਿੱਚ। ਪੜ੍ਹਦੇ ਆਪਾਂ ਰੋਜ਼ ਹੀ ਹੈ, ਪਰ ਨਾ ਸੁਣਨ ਕਰਕੇ ਆਪਾਂ ਨੂੰ ਪਤਾ ਨਹੀਂ ਚਾਰੇ ਮਹਾਵਾਕ ਕਿਹੜੇ ਹਨ। ਤੂੰ ਸਦਾ ਸਲਾਮਤ ਨਿਰੰਕਾਰ, 4 ਬਾਰ ਤੁਕ ਕਰੀ ਉਚਾਰ। ਮਹਾਰਾਜ ਜੀ ਨੇ ਕਿਉਂਕਿ ਸੌਖਾ ਕਰਕੇ ਬਹੁਤ ਲਿਖਿਆ, ਉਹ ਹੁਣ ਬੋਲਣੇ ਬੜੇ ਔਖੇ ਨੇ। ਅਹੰ ਬ੍ਰਹਮਅਸਮੀ ਪ੍ਰਗਿਆਨਮਾਨੰਦ ਬ੍ਰਹਮ, ਇਹ ਸਾਰੇ ਲਿਖਣੇ ਤੇ ਬੋਲਣੇ ਤੇ ਸੰਸਕ੍ਰਿਤ ਪੜ੍ਹਨੀ ਬੋਲਣੀ ਔਖੀ ਜੋ ਹੋਈ। ਗੁਰੂ ਨਾਨਕ ਦੇਵ ਜੀ ਨੇ ਦੇਸ਼ ਭਾਸ਼ਾ ਦੇ ਵਿੱਚ ਗੁਰਮੁਖੀ ਅੱਖਰਾਂ ਵਿੱਚ ਬੜਾ ਸੋਹਣਾ, ਬੜੇ ਸਾਦੇ ਢੰਗ ਨਾਲ ਐਸਾ ਲਿਖਿਆ ਕਿ ਜਿਹੜਾ ਬਿਲਕੁਲ ਗਿਆਨੀ ਨਹੀਂ ਹੈ, ਅਗਿਆਨਤਾ ਵਾਲਾ ਵੀ ਬੰਦਾ ਹੈ, ਉਹਨੂੰ ਇਸ ਗੱਲ ਦਾ ਜ਼ਰੂਰ ਪਤਾ ਲੱਗ ਜਾਂਦਾ ਕਿ ਤੂੰ ਸਦਾ ਸਲਾਮਤ ਨਿਰੰਕਾਰ। ਬਿਲਕੁਲ ਸਾਦਾ ਜਿਹਾ ਬਚਨ ਹੈ, ਪਰ ਜੇ ਇਹਨੂੰ ਇਹ ਉਲਟਾ ਕੇ ਵੇਦਾਂ ਵਾਲਿਆਂ ਦੇ ਨਾਲ ਜੋੜ ਲਈਏ ਕਿ ਉਹਨਾਂ ਦੇ ਮੁਤਾਬਕ ਇਹ ਮਹਾਵਾਕ ਬਣਿਆ ਕਿਵੇਂ, ਇਹ ਤਾਂ ਹੈ ਸੰਗਤ ਵਾਸਤੇ ਕਿ ਤੂੰ ਸਦਾ ਸਲਾਮਤ ਨਿਰੰਕਾਰ। ਹਾਂ ਜੀ, ਉਹ ਨਿਰੰਕਾਰ ਸਦਾ ਸਲਾਮਤ ਹੈ। ਜੇ ਕੋਈ ਇਹ ਗੱਲ ਪੰਡਿਤ, ਕੋਈ ਵਿਦਵਾਨ, ਕੋਈ ਹੋਰ ਬਾਹਰਲਾ ਪੁੱਛੇ ਆਪਾਂ ਨੂੰ ਇਹਦੇ 'ਚ ਮਹਾਵਾਕ ਵਾਲੀ ਕਿਹੜੀ ਗੱਲ ਹੈ, ਤਾਂ ਕਹਿੰਦੇ ਉਹ ਵੀ ਦੱਸ ਦਿੰਦੇ ਆ। ਇਹ ਤਾਂ ਮਹਾਵਾਕ ਇਉਂ ਬਣ ਜਾਂਦਾ ਹੈ। ਸ਼ਰਵਣ ਮਨਨ ਇਹ ਪੂਰਬ ਲਿਓ। ਕਹਿੰਦੇ ਹੁਣ ਉਹਦੇ ਵਿੱਚ ਅੱਗੇ ਜਾ ਕੇ ਦੱਸਣਗੇ। ਪਹਿਲਾਂ ਤਾਂ ਇੰਨਾ ਕੁ ਦੱਸਦੇ ਨੇ ਕਿ ਤੂੰ ਸਦਾ ਸਲਾਮਤ ਨਿਰੰਕਾਰ ਦੇ 4 ਮਹਾਵਾਕ ਨੇ।
ਸ਼ਰਵਣ ਕਰਨਾ, ਮੰਨਣ ਕਰਨਾ, ਇਹ ਜਿਹੜਾ ਹੈ ਨਾ ਪਹਿਲਾਂ ਸਾਡੇ ਤਾਈਂ ਸੁਣਿਆ ਤੇ ਮੰਨੀਆਂ ਦੀਆਂ ਪੌੜੀਆਂ ਜਿਹੜੀਆਂ ਨੇ, ਇਹ ਤੋਂ ਭਾਵ ਹੈ ਪੰਜ ਪ੍ਰਵਾਨ ਨਿਧਿਆਸਨ ਕਇਓ। ਪਹਿਲਾਂ ਸੁਣਿਆ ਸਿੱਧ ਪੀਰ ਸੁਰਨਾਥ ਦੀਆਂ 4 ਪੌੜੀਆਂ, ਫਿਰ ਮੰਨਣ ਦੀਆਂ ਪੌੜੀਆਂ, ਹੁਣ ਅੱਗੇ ਆ ਗਿਆ ਨਿਧਿਆਸਣ। ਨਿਧਿਆਸਣ ਕਹਿੰਦੇ ਨੇ ਕਮਾਈ ਕਰਨ ਨੂੰ। ਉਹ ਪੰਜ ਪ੍ਰਵਾਨ, ਪੰਜ ਪ੍ਰਧਾਨ ਦੀ ਪੌੜੀ ਨਿਧਿਆਸਣ ਦੀ ਪੌੜੀ ਕਹੀ ਹੈ।